महा कार्टून टीवी। ਕ੍ਰਿਸ਼ਮਾ ਅਤੇ ਮੀਨੂ ਆਪਸ 'ਚ ਗੱਲਾਂ ਕਰ ਰਹੀਆਂ ਹੁੰਦੀਆਂ ਨੇ। ਇਹ ਸਭ ਬਕਵਾਸ ਹੈ। ਮੈਂ ਭੂਤ-ਵੂਤ ਕੁਝ ਨਹੀਂ ਮੰਨਦੀ। ਨਹੀਂ ਯਾਰ, ਆਈ ਥਿੰਕ ਇਹ ਸਭ ਸੱਚ ਹੁੰਦਾ ਹੈ। ਜਦ ਭਗਵਾਨ ਨੇ ਤਾਂ ਸ਼ੈਤਾਨ ਵੀ ਹੁੰਦਾ ਹੀ ਹੋਣਾ। ਮੈਂ ਤੈਨੂੰ ਇੱਕ ਗੱਲ ਸੁਣਾਉਂਦੀ ਹਾਂ। ਇਹ ਕਹਾਣੀ ਹੈ ਕਰਿਸ਼ਮਾ ਅਤੇ ਸੰਜੇ ਦੀ, ਜੋ ਇੱਕ ਬਹੁਤ ਚੰਗੇ ਦੋਸਤ ਸੀ। ਕ੍ਰਿਸ਼ਮਾ ਅਤੇ ਸੰਜੇ ਕਈ ਦਿਨਾਂ ਤੋਂ ਇੱਕ ਦੂਜੇ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕੰਮ ਕਰਨ ਦੀ ਵਜ੍ਹਾ ਨਾਲ ਜਿਸ ਦੇ ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਦੋਨਾਂ ਨੇ ਦਿੱਲੀ 'ਚ ਮਿਲਣ ਦਾ ਪਲਾਨ ਬਣਾਇਆ। ਕ੍ਰਿਸ਼ਮਾ ਨੇ ਘੁੰਮਣ ਦੀ ਸਾਰੀ ਜਗ੍ਹਾਵਾਂ ਦੀ ਇੱਕ ਲਿਸਟ ਬਣਾ ਲਈ ਸੀ। ਉਹਨੇ ਸਾਰਾ ਕੁਝ ਆਪਣੇ ਤਰੀਕੇ ਨਾਲ ਪਲਾਨ ਕਰ ਲਿਆ ਸੀ ਤਾਂ ਕਿ ਇੱਕ ਅਣਜਾਣ ਸ਼ਹਿਰ ਦੇ ਵਿੱਚ ਜਾਣ ਤੋਂ ਬਾਅਦ ਉਹ ਦੋਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਸਟੇ ਕਰਨ ਦੇ ਲਈ ਕ੍ਰਿਸ਼ਮਾ ਨੇ ਗ੍ਰੇਟਰ ਕੈਲਾਸ਼ ਦੇ ਹੋਟਲ 'ਚ ਰੂਮ ਬੁੱਕ ਕਰ ਲਿਆ ਤੇ 18 ਮਾਰਚ ਦੀ ਰਾਤ ਨੂੰ ਦੋਵੇਂ ਦਿੱਲੀ ਦੇ 에ਅਰਪੋਰਟ ਤੇ ਮਿਲੇ। ਓ ਸੰਜੇ, ਪਤਾ ਮੈਂ ਤੁਹਾਨੂੰ ਕਿੰਨਾ ਮਿਸ ਕੀਤਾ। ਮੈਂ ਵੀ ਤੈਨੂੰ ਬਹੁਤ ਮਿਸ ਕੀਤਾ। ਦੋਵੇਂ 에ਅਰਪੋਰਟ ਤੋਂ ਸਿੱਧਾ ਰੂਮ ਦੇ ਰਾਹ ਤੇ ਨਿਕਲ ਗਏ। ਤਕਰੀਬਨ 1 ਘੰਟੇ ਬਾਅਦ ਕ੍ਰਿਸ਼ਮਾ ਅਤੇ ਸੰਜੇ ਆਪਦੇ ਹੋਟਲ 'ਚ ਪਹੁੰਚ ਗਏ। ਹੋਟਲ ਬਾਹਰੋਂ ਬਹੁਤ ਸੋਹਣਾ ਸੀ। ਇੰਨਾ ਸੋਹਣਾ ਹੋਟਲ ਵੇਖ ਸੰਜੇ ਬਹੁਤ ਖੁਸ਼ ਹੋ ਗਿਆ। ਸੱਚੀ ਯਾਰ, ਤੇਰੀ ਪਲੈਨਿੰਗ ਤੇ ਚੁਆਇਸ ਹਮੇਸ਼ਾ ਟੌਪ ਤੇ ਹੁੰਦੀ ਏ। ਜਿਵੇਂ ਕਿ ਮੈਂ। ਹਾਂ ਤੂੰ ਵੀ। ਦੋਨਾਂ ਨੇ ਹੋਟਲ ਵਿੱਚ ਚੈੱਕ ਇਨ ਕਰ ਲਿਆ। ਆਪਦੇ ਰੂਮ 'ਚ ਪਹੁੰਚਦੇ ਹੀ ਸੰਜੇ ਅਤੇ ਕ੍ਰਿਸ਼ਮਾ ਫਰੈਸ਼ ਹੋ ਗਏ ਅਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਦੋਨਾਂ ਦਾ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਸੀ ਅਤੇ ਇੱਕ ਸਾਲ ਬਾਅਦ ਦੋਵੇਂ ਮਿਲ ਪਾਉਂਦੇ ਸੀ। ਇਸ ਵਾਰ ਵੀ ਦੋਵੇਂ ਇੱਕ ਦੂਜੇ ਨਾਲ 1 ਸਾਲ ਬਾਅਦ ਹੀ ਮਿਲ ਪਾਏ ਸੀ। ਇਸ ਦੇ ਵਿੱਚ ਹੀ ਜੋ ਵੀ ਉਹਨਾਂ ਦੇ ਨਾਲ ਹੋਇਆ, ਦੋਨਾਂ ਨੇ ਇੱਕ ਦੂਜੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਗੱਲਾਂ ਕਰਦੇ ਕਰਦੇ ਦੋਵੇਂ ਇੱਕ ਦੂਜੇ ਦੇ ਨੇੜੇ ਆ ਗਏ ਅਤੇ ਇੱਕ ਦੂਜੇ ਦੇ ਆਗੋਸ਼ ਦੇ ਵਿੱਚ ਖੋ ਗਏ। ਅਸੀਂ ਇਕੱਠੇ ਕਿਉਂ ਨਹੀਂ ਰਹਿ ਸਕਦੇ? ਵੇਖੋ ਸੰਜੇ, ਕੋਸ਼ਿਸ਼ ਤਾਂ ਮੇਰੀ ਇਹੀ ਹੈ ਕਿ ਮੈਂ ਤੇ ਤੁਸੀਂ ਹਮੇਸ਼ਾ ਨਾਲ ਰਹੀਏ। ਕ੍ਰਿਸ਼ਮਾ ਤੇ ਸੰਜੇ ਇੱਕ ਦੂਜੇ ਨਾਲ ਗੱਲ ਕਰਦੇ ਹੀ ਪਏ ਸੀ। ਉਦੋਂ ਹੀ ਰੂਮ ਦੇ ਬਾਥਰੂਮ 'ਚੋਂ ਕੁਝ ਆਵਾਜ਼ ਆਉਣ ਲੱਗੀ। ਪਹਿਲਾਂ ਤਾਂ ਉਹਨਾਂ ਨੂੰ ਲੱਗਿਆ ਕਿ ਗੀਜ਼ਰ 'ਚ ਕੋਈ ਦਿੱਕਤ ਹੋਊਗੀ, ਪਰ ਧਿਆਨ ਨਾਲ ਸੁਣਨ ਤੋਂ ਬਾਅਦ ਕ੍ਰਿਸ਼ਮਾ ਨੇ ਇਹ ਮਹਿਸੂਸ ਕੀਤਾ ਕਿ ਇਹ ਤਾਂ ਕੰਧ ਤੇ ਨੌ ਮਾਰਨ ਦੀ ਆਵਾਜ਼ ਏ। ਇਹ ਸਮਝ ਲੱਗਣ ਤੇ ਹੀ ਕ੍ਰਿਸ਼ਮਾ ਬਹੁਤ ਡਰਨ ਲੱਗੀ ਅਤੇ ਉਹਨੇ ਸੰਜੇ ਨੂੰ ਇਹ ਗੱਲ ਦੱਸੀ, ਜਿਸ ਤੋਂ ਬਾਅਦ ਸੰਜੇ ਬਾਥਰੂਮ ਦੇ ਵੱਲ ਵਧਣ ਲੱਗਿਆ। ਉਹ ਬਾਥਰੂਮ 'ਚ ਬਿੱਲੀ ਸੀ। ਮੈਂ ਤੁਹਾਨੂੰ ਫਾਲਤੂ 'ਚ ਹੀ ਡਰਾ ਦਿੱਤਾ। ਚੈਨ ਦੀ ਸਾਹ ਲੈਂਦੇ ਹੋਏ ਸੰਜੇ ਅਤੇ ਕ੍ਰਿਸ਼ਮਾ ਉੱਤੇ ਹੀ ਬੈੱਡ ਤੇ ਲੇਟ ਗਏ ਅਤੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਤੇ ਉਦੋਂ ਹੀ ਉਹਨਾਂ ਨੂੰ ਐਦਾਂ ਲੱਗਿਆ ਕਿ ਕੋਈ ਉਹਨਾਂ ਦੇ ਬੈੱਡ ਦੇ ਥੱਲੇ ਤੇਜ਼ ਸਾਹ ਲੈ ਰਿਹਾ ਏ। ਹੁਣ ਇਹ ਗੱਲ ਦੋਨਾਂ ਨੇ ਮਹਿਸੂਸ ਕੀਤੀ, ਜਿਸ ਤੋਂ ਬਾਅਦ ਕ੍ਰਿਸ਼ਮਾ ਨੇ ਬੈੱਡ ਦੇ ਥੱਲੇ ਝਾਕਿਆ। ਇਹ ਦੇਖ ਕੇ ਕ੍ਰਿਸ਼ਮਾ ਦੇ ਸਾਹ ਰੁਕ ਗਏ ਅਤੇ ਉਹ ਜ਼ੋਰ ਦੀ ਚੀਖੀ। ਸੰਜੇ ਨੂੰ ਕੁਝ ਸਮਝ ਨਹੀਂ ਲੱਗਿਆ ਤੇ ਉਹਨੇ ਵੀ ਜਦੋਂ ਬੈੱਡ ਥੱਲੇ ਵੇਖਿਆ ਤੇ ਉੱਥੇ ਉਹਨੂੰ ਕੁਝ ਵਿਖਾਈ ਨਹੀਂ ਦਿੱਤਾ। ਕ੍ਰਿਸ਼ਮਾ ਨੂੰ ਹੁਣ ਉਸ ਕਮਰੇ 'ਚ ਕੁਝ ਅਜੀਬ ਲੱਗਣ ਲੱਗਿਆ ਸੀ। ਉਹਨੂੰ ਉੱਥੇ ਕਿਸੇ ਤੀਜੇ ਦੇ ਹੋਣ ਦਾ ਅਹਿਸਾਸ ਹੋਣ ਲੱਗਾ। ਸੰਜੇ ਨੇ ਉਹਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕ੍ਰਿਸ਼ਮਾ ਹੁਣ ਉੱਥੇ ਰੁਕਣਾ ਨਹੀਂ ਚਾਹੁੰਦੀ ਸੀ। ਤੇ ਉਦੋਂ ਹੀ ਸਾਹਮਣੇ ਪਿਆ ਸ਼ੀਸ਼ਾ ਆਪਣੇ ਆਪ ਹਿੱਲਣ ਲੱਗਿਆ। ਇਸ ਡਰਾਵਨੇ ਨਜ਼ਾਰੇ ਨੂੰ ਵੇਖ ਦੋਨਾਂ ਦੇ ਸਾਹ ਫੁੱਲਣ ਲੱਗੇ। ਹੁਣ ਗੱਲ ਸਾਫ਼ ਸੀ ਕਿ ਸੱਚਿਓ ਉਸ ਕਮਰੇ ਦੇ ਵਿੱਚ ਕੋਈ ਤੀਜਾ ਸੀ, ਪਰ ਕੌਣ? ਫਿਰ ਆਪਣੇ ਆਪ ਹੀ ਸ਼ੀਸ਼ਾ ਟੁੱਟ ਕੇ ਥੱਲੇ ਗਿਰ ਗਿਆ।
ਪਰ ਹੁਣ ਜੋ ਉਹਨਾਂ ਦੋਨਾਂ ਨੇ ਵੇਖਿਆ ਉਹ ਬਹੁਤ ਦੁਖੀ ਕਰਨ ਵਾਲਾ ਸੀਨ ਸੀ। ਉਸ ਕਮਰੇ 'ਚ ਇੱਕ ਕੈਮਰਾ ਪਹਿਲਾਂ ਤੋਂ ਹੀ ਲੱਗਿਆ ਹੋਇਆ ਸੀ। ਮਤਲਬ ਕਿ ਹੁਣ ਤੱਕ ਜੋ ਵੀ ਸੰਜੇ ਤੇ ਕ੍ਰਿਸ਼ਮਾ ਦੇ ਵਿੱਚ ਹੋਇਆ ਉਹ ਸਭ ਉਸ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਸੀ। ਦੋਵੇਂ ਬਹੁਤ ਘਬਰਾ ਗਏ ਸੀ। ਫਿਰ ਜਲਦੀ 'ਚ ਦੋਨਾਂ ਨੇ ਆਪਦੇ ਕੱਪੜੇ ਪਾਣੇ ਸ਼ੁਰੂ ਕਰ ਦਿੱਤੇ ਅਤੇ ਉੱਥੋਂ ਨਿਕਲਣ ਦੀ ਤਿਆਰੀ ਕਰਨ ਲੱਗੇ। ਤੇ ਉਦੋਂ ਹੀ ਉਹਨਾਂ ਦੇ ਕੋਲ ਰੱਖੇ ਕਬਾੜ 'ਚੋਂ ਕਿਸੇ ਦੇ ਗੁਰਾਨ ਦੀ ਆਵਾਜ਼ ਆਉਣ ਲੱਗੀ। ਇਹ ਸੁਣ ਕੇ ਦੋਨਾਂ ਦੇ ਹੋਸ਼ ਉੱਡ ਗਏ। ਹੁਣ ਬਸ ਉਹ ਕਿਵੇਂ ਵੀ ਕਰਕੇ ਉਸ ਕਮਰੇ ਵਿੱਚੋਂ ਜਾਣਾ ਚਾਹੁੰਦੇ ਸੀ, ਪਰ ਕਮਰੇ ਦਾ ਦਰਵਾਜ਼ਾ ਖੁੱਲ੍ਹ ਹੀ ਨਹੀਂ ਰਿਹਾ ਸੀ। ਬਹੁਤ ਦੇਰ ਤੱਕ ਕੋਸ਼ਿਸ਼ ਕਰਨ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲਿਆ ਤੇ ਉਦੋਂ ਹੀ ਅਚਾਨਕ ਕਬਾੜ ਆਪਣੇ ਆਪ ਖੁੱਲ੍ਹ ਗਿਆ। ਕ੍ਰਿਸ਼ਮਾ ਦਾ ਡਰ ਬਿਲਕੁਲ ਸਹੀ ਸੀ ਕਿ ਉੱਥੇ ਕੋਈ ਤੀਜਾ ਵੀ ਹੈ। ਉੱਥੇ ਹੀ ਆਪਦੇ ਸਾਹਮਣੇ ਇੰਨੀ ਭਿਆਨਕ ਆਕ੍ਰਿਤੀ ਵੇਖ ਦੋਵੇਂ ਹੀ ਡਰ ਤੇ ਮਾਰੇ ਕੰਬਣ ਲੱਗੇ ਤੇ ਉਦੋਂ ਹੀ ਹਵਾ ਦੀ ਤੇਜ਼ੀ ਨਾਲ ਉਸ ਆਕ੍ਰਿਤੀ ਨੇ ਸੰਜੇ ਦਾ ਗਲਾ ਫੜ ਲਿਆ। ਬਚਾਓ ਮੈਨੂੰ ਛੱਡ ਦੇ। ਮੈਂ ਤੇਰਾ ਕੀ ਵਿਗਾੜਿਆ ਹੈ? ਮੈਨੂੰ ਛੱਡ ਦੇ। ਛੱਡ ਦੇ ਮੈਨੂੰ। ਸੰਜੇ ਦਾ ਸਾਹ ਘੁੱਟ ਰਿਹਾ ਸੀ। ਕ੍ਰਿਸ਼ਮਾ ਵੀ ਸੰਜੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਕਾਮਯਾਬ ਨਹੀਂ ਹੋ ਪਾ ਰਹੀ ਸੀ। ਤੈਨੂੰ ਮੇਰੇ ਤੋਂ ਕੀ ਚਾਹੀਦਾ ਹੈ? ਸੰਜੇ ਦੇ ਏਦਾਂ ਪੁੱਛਦੇ ਹੀ ਉਸ ਭੂਤੀਆ ਆਕ੍ਰਿਤੀ ਨੇ ਹਵਾ 'ਚ ਕੁਝ ਲਿਖਿਆ। ਇਹ ਪੜ੍ਹ ਕੇ ਕਿਸੇ ਨੂੰ ਵੀ ਕੁਝ ਸਮਝ ਨਹੀਂ ਲੱਗਿਆ। ਜਿਸ ਤੋਂ ਬਾਅਦ ਫਿਰ ਉਸ ਭੂਤੀਆ ਆਕ੍ਰਿਤੀ ਨੇ ਕੁਝ ਲਿਖਿਆ। ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ। ਮੈਨੂੰ ਛੱਡ ਦੇ। ਸੰਜੇ ਦਾ ਦਮ ਘੁੱਟ ਰਿਹਾ ਸੀ। ਜਿਸ ਤੋਂ ਬਾਅਦ ਉਹਨੇ ਕਿਹਾ, ਇਹ ਕੈਮਰਾ ਮੈਂ ਹੀ ਲਾਇਆ ਹੈ। ਮੈਂ ਕ੍ਰਿਸ਼ਮਾ ਨੂੰ ਬਲੈਕਮੇਲ ਕਰਨਾ ਚਾਹੁੰਦਾ ਸੀ ਤਾਂ ਕਿ ਉਹ ਮੇਰਾ ਕਹਿਣਾ ਮੰਨ ਸਕੇ। ਸੰਜੇ ਦੇ ਏਦਾਂ ਕਹਿੰਦੇ ਹੀ ਕ੍ਰਿਸ਼ਮਾ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਸੰਜੇ ਨੇ ਇੱਥੇ ਆਉਂਦੇ ਹੀ ਕੈਮਰਾ ਚੁੱਪਚਾਪ ਲਾ ਦਿੱਤਾ ਸੀ ਤਾਂ ਕਿ ਉਹ ਕ੍ਰਿਸ਼ਮਾ ਨੂੰ ਆਪਦੇ ਨਾਲ ਰਹਿਣ ਦੇ ਲਈ ਬਲੈਕਮੇਲ ਕਰ ਸਕੇ। ਇਸ ਘਿਨੌਣੇ ਕੰਮ ਤੋਂ ਬਾਅਦ ਕ੍ਰਿਸ਼ਮਾ ਟੁੱਟ ਗਈ ਸੀ। ਉੱਥੇ ਹੀ ਉਸ ਭੂਤੀਆ ਆਕ੍ਰਿਤੀ ਨੇ ਸੰਜੇ ਨੂੰ ਹਵਾ ਤੇ ਚੱਕ ਕੇ ਮਾਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਵਿੱਚ ਸੰਜੇ ਨੇ ਸਾਹ ਲੈਣਾ ਬੰਦ ਕਰ ਦਿੱਤਾ। ਪਰ ਇਹ ਭੂਤੀਆ ਆਕ੍ਰਿਤੀ ਸੀ ਕੌਣ? ਗੱਲ ਹੁਣ ਸਾਫ਼ ਸੀ। ਉਸ ਭੂਤੀਆ ਆਕ੍ਰਿਤੀ ਨੇ ਕ੍ਰਿਸ਼ਮਾ ਦੀ ਜ਼ਿੰਦਗੀ ਨਰਕ ਹੋਣ ਤੋਂ ਬਚਾ ਲਈ ਸੀ ਅਤੇ ਸੰਜੇ ਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ। ਕ੍ਰਿਸ਼ਮਾ, ਤੂੰ ਰੋ ਨਾ। ਮੈਂ ਤੈਨੂੰ ਹੀ ਬਚਾਉਣ ਆਈ ਸੀ। ਇਸ ਚਲਾਕ ਇਨਸਾਨ ਨੇ ਮੈਨੂੰ ਵੀ ਐਵੇਂ ਹੀ ਬਰਬਾਦ ਕੀਤਾ ਸੀ। ਮੈਂ ਕਮਜ਼ੋਰ ਸੀ ਤੇ ਮੈਂ ਡਰ ਦੀ ਵਜ੍ਹਾ ਨਾਲ ਸੁਸਾਈਡ ਕਰ ਲਿਆ ਸੀ, ਪਰ ਅੱਜ ਮੇਰਾ ਬਦਲਾ ਪੂਰਾ ਹੋਇਆ। ਹੁਣ ਇਹ ਕਿਸੇ ਨਾਲ ਵੀ ਇਦਾਂ ਨਹੀਂ ਕਰੂਗਾ। ਤੇ ਸਮਝ ਲੱਗੀ ਮੈਨੂੰ, ਇਹ ਕਹਾਣੀ ਕਿਸੇ ਹੋਰ ਦੀ ਨਹੀਂ, ਮੇਰੀ ਹੀ ਸੀ। ਹਮੇਸ਼ਾ ਮਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।